ਹੈਲੋ ਸਟੂਡੈਂਟਸ, ਹਾਊ ਆਰ ਯੂ ਆਲ ਜੀ। ਸੋ ਅੱਜ ਦਾ ਸਾਡਾ ਟੌਪਿਕ ਹੈ ਜਰਨੀ ਇਨਸਾਈਡ ਅ ਸੈਲ। ਹਾਂਜੀ, ਆਓ ਸੈਲ ਦੀ ਸੈਰ ਕਰੀਏ। ਸੋ ਅੱਜ ਦੇ ਟੌਪਿਕ ਦੇ ਵਿੱਚ ਅਸੀਂ ਸੈਲ ਦੇ ਬਹੁਤ ਸਾਰੇ ਭਾਗਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕਿਹੜਾ ਭਾਗ ਕੀ ਕੰਮ ਕਰਦਾ ਹੈ। ਠੀਕ ਹੈ, ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਸੈਲ ਦੇ ਇੰਟਰੋਡਕਸ਼ਨ ਕਰ ਲਈ ਸੀਗੀ ਔਰ ਬਹੁਤ ਸਾਰੇ ਉਸਦੇ ਬਾਰੇ ਕਿੰਨੀ ਤਰ੍ਹਾਂ ਦੇ ਸੈਲ ਨੇ, ਕਿਵੇਂ ਵੰਡਿਆ ਗਿਆ, ਉਹਨਾਂ ਬਾਰੇ ਅਸੀਂ ਪੜ੍ਹ ਚੁੱਕੇ ਸੀ। ਸੋ ਸੈੱਲ ਹੁੰਦਾ ਕੀ ਹੈ ਉਹ ਆਪਾਂ ਡਿਸਕਸ ਕਰ ਚੁੱਕੇ ਸੀਗੇ ਕਿ ਸੈੱਲ ਇੱਕ ਬੇਸਿਕ ਯੂਨਿਟ ਆ ਲਾਈਫ ਦਾ। ਠੀਕ ਹੈ, ਔਰ ਇਸ ਦੀ ਖੋਜ ਰੋਬਰਟ ਹੁੱਕ ਸਰ ਨੇ 1665 ਦੇ ਵਿੱਚ ਸਾਨੂੰ ਦਿੱਤੀ ਸੀਗੀ। ਔਰ ਸੈੱਲ ਇੱਕ ਇਹੋ ਜਿਹਾ ਜਿਵੇਂ ਇੱਕ ਸਾਡੇ ਘਰ ਨੂੰ ਬਣਾਉਣ ਲਈ ਇੱਕ ਛੋਟੀ ਜਿਹੀ ਇੱਟ ਆ, ਉਸੇ ਤਰ੍ਹਾਂ ਮਨੁੱਖੀ ਸਰੀਰ ਨੂੰ ਔਰ ਜੰਤੂਆਂ ਨੂੰ ਜਾਂ ਪੌਦਿਆਂ ਨੂੰ ਬਣਾਉਣ ਲਈ ਸਭ ਤੋਂ ਛੋਟੀ ਇਕਾਈ। ਸੋ ਆਓ ਸਟਾਰਟ ਕਰਦੇ ਹਾਂ ਜਰਨੀ। ਸੈੱਲ ਜਿਹੜਾ ਆ ਇੱਕ ਛੋਟਾ ਜਿਹਾ ਦੇਖਣ ਨੂੰ ਤਾਂ ਲੱਗਦਾ, ਪਰ ਇਹਦੇ ਵਿੱਚ ਬਹੁਤ ਸਾਰੇ ਨਿੱਕੜੇ ਅੰਗ, ਸਮੋਲ ਆਰਗਨਸ ਜਿਹੜੇ ਨੇ, ਉਹਦੇ ਪਾਰਟਸ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ। ਜਿਵੇਂ ਸੈੱਲ ਮੈਮਬ੍ਰੇਨ ਹੋ ਗਿਆ, ਐਂਡੋਪਲਾਜ਼ਮਿਕ ਰੈਟੀਕੂਲਮ ਹੋ ਗਿਆ, ਜੋ ਅਸੀਂ ਅੱਗੇ ਡਿਟੇਲ 'ਚ ਕਰਾਂਗੇ। ਠੀਕ ਹੈ, ਸੋ ਸੈੱਲ ਜਿਹੜਾ ਵਾ ਇਸ ਨੂੰ ਸਾਡੇ ਸਰੀਰ ਦੀ ਕਿਰਿਆਤਮਕ ਅਤੇ ਰਚਨਾਤਮਕ ਇਕਾਈ ਕਹਿੰਦੇ ਨੇ, ਕਿਉਂਕਿ ਇਹ ਇੱਕ ਤਰ੍ਹਾਂ ਦੀ ਫੈਕਟਰੀ ਆ ਜਿਹਦੇ ਵਿੱਚ ਸਾਡੇ ਸਰੀਰ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਨੂੰ ਕੰਟਰੋਲ ਕੀਤਾ ਜਾਂਦਾ ਆ। ਔਰ ਸੈੱਲ ਬਹੁਤ ਤਰ੍ਹਾਂ ਦੇ ਹੁੰਦੇ ਨੇ। ਅਗਰ ਗਿਣਤੀ ਦੇ ਆਧਾਰ 'ਤੇ ਇਹਨਾਂ ਨੂੰ ਵੰਡੀਏ ਤਾਂ ਪ੍ਰੋਕੈਰੀਓਟ ਅਤੇ ਯੂਕੈਰੀਓਟਸ ਹੁੰਦੇ ਨੇ। ਪ੍ਰੋਕੈਰੀਓਟ ਯੂਨੀਸੈਲੂਲਰ, ਇੱਕ ਸੈੱਲ ਹੀ ਹੁੰਦੇ ਨੇ, ਜਿਵੇਂ ਬੈਕਟੀਰੀਆ, ਅਮੀਬਾ, ਪੈਰਾਮੀਸ਼ੀਅਮ। ਔਰ ਇਹਨਾਂ ਦੇ ਵਿੱਚ ਨਿਊਕਲੀਅਸ ਜਿਹੜਾ ਸੈਂਟਰ 'ਚ ਹੁੰਦਾ, ਸਪਸ਼ਟ ਨਹੀਂ ਹੀ ਹੁੰਦਾ, ਕਲੀਅਰ ਨਹੀਂ ਹੁੰਦਾ, ਔਰ ਨਿੱਕੜੇ ਅੰਗ ਵੀ ਬਹੁਤ ਘੱਟ ਕਹਿ ਲਓ ਕਿ ਹੁੰਦੇ ਨਹੀਂ ਆ। ਠੀਕ ਹੈ, ਔਰ ਇਸ ਤੋਂ ਬਾਅਦ ਆਉਂਦੇ ਨੇ ਯੂਕੈਰੀਓਟ ਸੈੱਲ ਹੁੰਦੇ ਨੇ, ਜਿਵੇਂ ਬਹੁਤ ਸੈੱਲੀ ਹੋ ਗਏ। ਔਰ ਮਲਟੀ ਸੈਲੂਲਰ ਬੋਲਦੇ ਆ, ਜਿਵੇਂ ਮਨੁੱਖ ਹੋ ਗਏ, ਪੌਦੇ ਹੋ ਗਏ, ਉੱਲੀਆਂ ਹੋ ਗਈਆਂ। ਸੋ ਇਹਨਾਂ ਦੇ ਵਿੱਚ ਯੂਕੈਰੀਓਟ ਹੁੰਦੇ ਨੇ। ਇਹਨਾਂ ਦੇ ਨਿਊਕਲੀਅਸ ਜਿਹੜੇ ਨੇ ਸਪਸ਼ਟ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਬਹੁਤ ਸਾਰੇ ਨਿੱਕੜੇ ਅੰਗ ਵੀ ਪਾਏ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਜੀ ਸੈੱਲ ਦੀ ਬਾਹਰੀ ਲੇਅਰ। ਸਭ ਤੋਂ ਆਊਟਰਮੋਸਟ ਲੇਅਰ ਸੈੱਲ ਦੀ ਜਿਹੜੀ ਆਉਂਦੀ ਹੈ ਜੀ, ਉਹਨੂੰ ਅਸੀਂ ਬੋਲਦੇ ਹਾਂ ਸੈੱਲ ਮੈਮਬ੍ਰੇਨ, ਯਾਨੀ ਸੈੱਲ ਝਿੱਲੀ। ਸਮਟਾਈਮਸ ਇਹਨੂੰ ਪਲਾਜ਼ਮਾ ਝਿੱਲੀ ਵੀ ਬੋਲ ਦਿੰਦੇ ਆ, ਕਿਉਂਕਿ ਇਹ ਝਿੱਲੀ ਇੱਕ ਤਰ੍ਹਾਂ ਦੀ ਮੁਸਾਮਦਾਰ ਹੁੰਦੀ ਆ ਔਰ ਜਿਹਦੇ ਵਿੱਚੋਂ ਕੁਝ ਪਦਾਰਥ ਅੰਦਰ ਬਾਹਰ ਆ ਜਾ ਸਕਦੇ ਹੁੰਦੇ ਨੇ। ਠੀਕ ਹੈ, ਸੋ ਸਾਈਟੋਪਲਾਜ਼ਮ ਨੈਕਸਟ ਆਉਂਦਾ ਹੈ। ਇਹ ਜਿਸ ਤਰ੍ਹਾਂ ਇੱਕ ਗੁਬਾਰੇ ਦੇ ਅੰਦਰ ਅਸੀਂ ਪਾਣੀ ਭਰਿਆ ਹੋਵੇ ਅਤੇ ਉਹ ਦਰਵ ਜਿਹੜਾ ਆ, ਉਸ ਦਰਵ ਨੂੰ ਅਸੀਂ ਸਾਈਟੋਪਲਾਜ਼ਮ ਬੋਲਦੇ। ਜਿਹੜਾ ਸੈੱਲ ਦੇ ਅੰਦਰ ਇੱਕ ਦਰਵ ਹੁੰਦਾ ਹੈ, ਇਹਨੂੰ ਅਸੀਂ ਸੈੱਲ ਦਰਵ ਵੀ ਬੋਲ ਦਿੰਦੇ ਹਾਂ। ਠੀਕ ਹੈ, ਸਾਈਟੋਪਲਾਜ਼ਮ ਯਾਨੀ ਸੈੱਲ ਦਰਵ। ਇਹ ਕੀ ਕਰਦਾ ਆ, ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਹੁੰਦਾ ਹੈ ਇਹ ਸੈੱਲ ਦੀ ਰੈਸਪੀਰੇਸ਼ਨ ਦੇ ਵਿੱਚ ਵੀ ਮਦਦ ਕਰਦਾ ਆ। ਠੀਕ ਹੈ, ਇਹਦੇ ਵਿੱਚ ਗਲੂਕੋਜ਼ ਨੂੰ ਐਨਰਜੀ 'ਚ ਕਨਵਰਟ ਵੀ ਕੀਤਾ ਜਾਂਦਾ ਆ। ਇੱਕ ਜਾਲੀ ਲਾਈਕ ਮਟੀਰੀਅਲ ਹੁੰਦਾ ਆ। ਇਹ ਇੱਕ ਤਰ੍ਹਾਂ ਦਾ ਵਾਟਰੀ ਸੋਲਿਊਸ਼ਨ ਆ, ਜਿਹਦੇ ਵਿੱਚ ਬਹੁਤ ਸਾਰੇ ਸਾਲਟ, ਪਾਣੀ, ਆਰਗੈਨਿਕ ਮੋਲੀਕਿਊਲਸ ਘੁਲੇ ਹੋਏ ਹੁੰਦੇ ਔਰ ਬਹੁਤ ਸਾਰੇ ਐਨਜ਼ਾਈਮਸ ਵੀ ਹੁੰਦੇ ਨੇ। ਕਲੀਅਰ, ਔਰ ਇਹਦੇ ਵਿੱਚ ਵੀ ਬਹੁਤ ਸਾਰੇ ਨਿੱਕੜੇ ਅੰਗ ਤੈਰ ਰਹੇ ਹੁੰਦੇ ਨੇ। ਸੋ ਇਹ ਆ ਜੀ ਇੱਕ ਸਾਈਟੋਪਲਾਜ਼ਮ, ਜਿਹੜਾ ਇੱਕ ਜਾਲੀ ਲਾਈਕ ਸਟਰਕਚਰ ਆ, ਜਾਲੀ ਲਾਈਕ ਮਟੀਰੀਅਲ ਆ, ਸੌਫਟ ਜਿਹਾ। ਠੀਕ ਹੈ, ਸੋ ਇਹ ਤੁਸੀਂ ਪਿਕਚਰ ਦੇ ਅਕੋਰਡਿੰਗ ਦੇਖ ਸਕਦੇ ਹੋ ਕਿ ਬਹੁਤ ਸਾਰੇ ਇਸ ਦੇ ਵਿੱਚ ਇੱਕ ਗੁਬਾਰੇ ਵਾਂਗ ਫੁੱਲਿਆ ਹੋਇਆ ਸੈੱਲ ਜੋ ਦਿਖਾਈ ਦੇ ਰਿਹਾ। ਇਹਦੇ ਵਿੱਚ ਆਰਗੇਨਲੀਜ਼ ਨੇ ਬਹੁਤ ਸਾਰੇ, ਜਿਨ੍ਹਾਂ ਨੂੰ ਅਸੀਂ ਲਿਟਲ ਆਰਗਨ ਬੋਲ ਦਿੰਦੇ ਹਾਂ ਔਰ ਨਿੱਕੜੇ ਅੰਗ ਬੋਲ ਦਿੰਦੇ ਹਾਂ। ਠੀਕ ਹੈ, ਸੋ ਅਸੀਂ ਇਹਨਾਂ ਨਿੱਕੜੇ ਅੰਗਾਂ ਦੇ ਬਾਰੇ ਹੁਣ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਸੈਂਟਰ ਦੇ ਵਿੱਚ ਹੁੰਦਾ ਹੈ ਇੱਕ ਕੇਂਦਰਕ ਯਾਨੀ ਨਿਊਕਲੀਅਸ। ਸੋ ਇਹ ਕੀ ਕਰਦਾ ਆ ਜੀ, ਇਹ ਕੰਟਰੋਲ ਕਰਦਾ ਵਾ ਸੈਂਟਰ ਨੂੰ। ਇੱਕ ਤਰ੍ਹਾਂ ਦਾ CPU ਆਫ ਏ ਸੈੱਲ ਹੁੰਦਾ ਵਾ, ਕੰਪਿਊਟਰ ਦੀ ਤਰ੍ਹਾਂ ਕੰਟਰੋਲ ਕਰਦਾ। ਇਹਦੇ ਅੰਦਰ DNA ਹੁੰਦਾ ਆ। ਠੀਕ ਹੈ, ਸੋ ਯੂਜੂਅਲੀ ਇੱਕ ਸੈੱਲ ਦੇ ਪਿੱਛੇ ਇੱਕ ਨਿਊਕਲੀਅਸ ਹੀ ਹੁੰਦਾ। ਸੋ ਤੁਹਾਨੂੰ ਪਤਾ ਹੈ ਕਿ ਜਿਵੇਂ ਇੱਕ ਨਿਊਕਲੀਅਸ ਹੈ ਬਿਲਕੁਲ ਸੈਂਟਰ ਦੇ ਵਿੱਚ, ਔਰ ਉਹਦੇ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਹੁੰਦੀਆਂ ਨੇ। ਉਹਨਾਂ ਸੰਰਚਨਾਵਾਂ, ਜਿਵੇਂ ਇੱਥੇ ਗੁੰਝਲਦਾਰ ਧਾਗੇ ਤੁਸੀਂ ਦੇਖ ਰਹੇ ਹੋ, ਇਹਨਾਂ ਨੂੰ ਕ੍ਰੋਮੈਟਿਨ ਕਿਹਾ ਜਾਂਦਾ ਹੈ। ਅਤੇ ਜਦੋਂ ਸੈੱਲ ਦੀ ਵੰਡ ਨਹੀਂ ਹੁੰਦੀ, ਸੈੱਲ ਹਮੇਸ਼ਾ ਵੰਡ ਕੇ ਅੱਗੇ ਨਵੇਂ ਸੈੱਲਸ ਬਣਾਉਂਦਾ ਅਤੇ ਉਸ ਟਾਈਮ 'ਤੇ ਕ੍ਰੋਮੈਟਿਨ ਰਹਿੰਦਾ। ਪਰ ਜਦੋਂ ਹੀ ਉਹ ਕ੍ਰੋਮੈਟਿਨ ਦੀ ਸੈੱਲ ਵੰਡ ਹੋਣੀ ਹੁੰਦੀ ਹੈ ਅਤੇ ਉਹ ਬਦਲ ਕੇ ਕ੍ਰੋਮੋਜ਼ੋਮਸ ਬਣ ਜਾਂਦਾ। ਠੀਕ ਹੈ, ਕ੍ਰੋਮੋਜ਼ੋਮਸ ਕੀ ਨੇ? ਕ੍ਰੋਮੋਜ਼ੋਮਸ ਤੁਹਾਨੂੰ ਪਿਕਚਰ 'ਚ ਦਿਖਾ ਰਹੇ ਕੁਝ ਇੱਦਾਂ ਦੀ ਇੱਕ ਫੀਚਰ ਹੁੰਦਾ ਜਿਹਦੇ ਉੱਪਰ ਛੋਟੀ ਆਮ ਆ ਔਰ ਨੀਚੇ ਲੰਬੀ ਆਮ ਹੈ, ਦੋ ਜੁੜੇ ਹੋਏ ਹੁੰਦੇ ਨੇ। ਠੀਕ ਹੈ, ਕ੍ਰੋਮੋਜ਼ੋਮਸ ਜਿਹੜੇ ਨੇ ਇਹ DNA ਦੇ ਬਣੇ ਹੋਏ ਹੁੰਦੇ ਨੇ। ਜਿਵੇਂ ਇੱਕ ਆਪਾਂ ਉਹਨਾਂ ਦਾ ਗੋਲਾ ਜਿਹੜਾ ਉਹ ਲਪੇਟਿਆ ਹੋਇਆ ਹੁੰਦਾ, ਦੇਖੋ ਤੁਸੀਂ, ਲੰਬੀ ਸਾਰੀ ਚੇਨਸ ਨੇ DNA ਦੀਆਂ, ਜਿਹੜੇ ਹਿਸਟੋਨ ਨਾਮ ਦੇ ਪ੍ਰੋਟੀਨ ਦੇ ਆਲੇ ਦੁਆਲੇ ਜੀ ਲਿਪਟੀਆਂ ਹੋਈਆਂ ਹੁੰਦੀਆਂ ਨੇ ਅਤੇ ਉਹ ਕ੍ਰੋਮੋਜ਼ੋਮਸ ਬਣਾਉਂਦੀਆਂ ਨੇ। ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ
ਪੀ ਆਰਮ ਅਪਰ ਆਰਮ ਆ, ਲੋਅਰ ਆਰਮ ਨੂੰ ਕਿਊ ਆਰਮ ਕਿਹਾ ਜਾਂਦਾ। ਜਿੱਥੇ ਜੁੜੇ ਹੁੰਦੇ ਆ ਦੋ ਕ੍ਰੋਮੋਸੋਮਸ, ਇਹ ਕੀ ਆ, ਉਹਨੂੰ ਸੈਂਟਰੋਮੀਅਰ ਪੁਆਇੰਟ ਕਿਹਾ ਜਾਂਦਾ। ਜਦੋਂ ਸੈੱਲ ਵੰਡ ਹੁੰਦੀ ਆ ਦੋ ਕ੍ਰੋਮੋਸੋਮਸ ਅਲੱਗ ਹੋ ਜਾਂਦੇ ਆ ਇੱਥੋਂ। ਅਤੇ ਪ੍ਰੋਟੀਨਸ ਦਾ ਨਾਮ ਕੀ ਆ ਜਿਹੜੇ ਵਿੱਚ DNA ਅਟੈਚਡ ਆ, ਹਿਸਟੋਨ ਪ੍ਰੋਟੀਨਸ। ਠੀਕ ਹੈ, ਸੋ ਹੁਣ DNA ਕੀ ਆ? DNA ਹੁੰਦਾ ਡੀਆਕਸੀ ਰਾਈਬੋ ਨਿਊਕਲਿਕ ਐਸਿਡ। ਸੋ ਸਾਨੂੰ ਪਤਾ ਆ ਕਿ ਸਾਡੀ ਬੋਡੀ ਦੇ ਸੈੱਲਾਂ ਦੇ ਅੰਦਰ ਬਾਇਓਮੋਲੀਕਿਊਲਸ ਹੁੰਦੇ ਨੇ 4 ਤਰ੍ਹਾਂ ਦੇ। ਇੱਕ ਹੁੰਦਾ ਜੀ ਕਾਰਬੋਹਾਈਡਰੇਟਸ, ਪ੍ਰੋਟੀਨਸ, ਠੀਕ ਹੈ। ਇਸੇ ਤਰ੍ਹਾਂ ਨਿਊਕਲਿਕ ਐਸਿਡ ਹੁੰਦਾ ਔਰ ਲਿਪਿਡਸ ਹੁੰਦੇ ਨੇ। ਸੋ DNA ਜਿਹੜੇ ਨੇ, ਦੇਖੋ ਤੁਸੀਂ ਪਿਕਚਰ 'ਚ ਦੇਖ ਰਹੇ ਹੋ ਕਿ DNA ਜਿਹੜਾ ਆ ਉਹ ਛੋਟੇ ਛੋਟੇ ਸੈਗਮੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਜੀਨਸ ਬੋਲਦੇ ਨੇ। ਹੁਣ ਜੀਨਸ ਕੀ ਨੇ? ਜੀਨਸ ਸਾਡੇ ਟ੍ਰੇਟਸ ਹੁੰਦੇ ਨੇ, ਫੀਚਰਸ ਹੁੰਦੇ ਨੇ ਜਿਹੜੇ ਸਾਨੂੰ ਪੈਰੈਂਟਸ ਤੋਂ ਅੱਗੇ ਸਾਨੂੰ ਮਿਲਦੇ ਨੇ। ਕਲੀਅਰ ਹੈ ਜੀ? ਸੋ ਇਹ ਕੋਡਸ ਇਨਫੋਰਮੇਸ਼ਨ ਹੁੰਦੀਆਂ ਨੇ ਕਿ ਸਾਨੂੰ ਪੈਰੈਂਟਸ ਤੋਂ ਜਿਹੜੀ ਹਾਈਟ ਕਿੱਦਾਂ ਦੀ ਹੋਏਗੀ, ਬਲੱਡ ਟਾਈਪ ਕਿੱਦਾਂ ਦਾ ਜਨਰੇਸ਼ਨ ਨੂੰ ਜਾਏਗਾ, A ਪੋਜ਼ੀਟਿਵ ਜਾਏਗਾ, B ਜਾਏਗਾ, ਆਈ ਕਲਰ ਜਾਏਗਾ, ਕਿਵੇਂ ਦਾ ਜਾਏਗਾ ਅੱਗੇ ਫਰਦਰ ਜਨਰੇਸ਼ਨਸ 'ਤੇ। ਹੁਣ ਤੁਹਾਨੂੰ ਇਹ ਦੱਸ ਦੇਵਾਂ ਕਿ ਜਿਹੜਾ DNA ਹੁੰਦਾ ਆ ਉਹ ਨਿਊਕਲੀਅਸ ਦੇ ਵਿੱਚ ਹੁੰਦਾ, ਡਬਲ ਸਟ੍ਰੈਂਡਡ ਹੁੰਦਾ ਆ। ਉਹਦੇ ਵਿੱਚ ਜੀਨਸ ਹੁੰਦੇ ਨੇ ਜਿਹਦੇ ਵਿੱਚ ਕੋਡਸ ਹੁੰਦੇ ਨੇ। DNA ਆਪ ਨਿਊਕਲੀਅਸ ਤੋਂ ਬਾਹਰ ਨਹੀਂ ਜਾ ਸਕਦਾ ਹੁੰਦਾ, ਬਟ ਉਹਦੇ ਵਰਗਾ ਹੀ ਇੱਕ RNA ਹੁੰਦਾ। ਔਰ RNA ਦੇ ਵੀ 3 ਟਾਈਪਸ ਨੇ ਉਹ ਜੋ ਤੁਸੀਂ ਨੈਕਸਟ ਡਿਟੇਲ 'ਚ ਕਰੋਗੇ। ਸੋ ਉਹ ਕੀ ਕਰਦਾ ਹੈ ਕਿ ਕਹਿੰਦਾ RNA M ਯਾਨੀ ਮੈਸੇਂਜਰ RNA ਜਿਹੜਾ ਹੁੰਦਾ DNA ਤੋਂ ਕੋਡਿੰਗ ਲੈਂਦਾ ਅਤੇ ਬਾਹਰ ਚਲਾ ਜਾਂਦਾ। ਠੀਕ ਹੈ, ਕੋਡਿੰਗ ਇਨ ਦਾ ਸੈਂਸ ਆਫ ਪ੍ਰੋਟੀਨਸ ਦੀ ਕੋਡਿੰਗ ਹੀ ਹੁੰਦੀ ਹੈ ਬੇਟਾ। ਉਹ ਕੋਡਿੰਗ ਲੈਂਦਾ। ਇਸੇ ਤਰ੍ਹਾਂ tRNA ਟ੍ਰਾਂਸਫਰ RNA ਕੀ ਕਰਦਾ ਆ, ਉਹ ਵੀ ਜਿਹੜੇ ਰਾਈਬੋਸੋਮ ਨੂੰ ਜਾ ਕੇ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਵਾ। ਉੱਥੋਂ ਰਾਈਬੋਸੋਮ ਜਿਹੜਾ ਵਾ ਆਪਣੀ ਪ੍ਰੋਟੀਨਸ ਦੀ ਹੋਰ ਨਈਆਂ ਚੇਨਸ ਬਣਾ ਦਿੰਦਾ ਆ। ਠੀਕ ਹੈ, ਜਿਹਨੂੰ ਅਸੀਂ ਪੋਲੀਪੈਪਟਾਈਡ ਚੇਨਸ ਬੋਲਦੇ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਕਿ 46 ਕ੍ਰੋਮੋਸੋਮਸ ਹੁੰਦੇ ਨੇ ਸਾਡੀ ਬੋਡੀ ਦੇ ਵਿੱਚ, ਹਿਊਮਨਸ ਦੇ ਵਿੱਚ, ਜਿਨ੍ਹਾਂ 'ਚੋਂ 23 ਜਿਹੜੇ ਸਾਨੂੰ ਫਾਦਰਸ ਤੋਂ ਮਿਲਦੇ ਨੇ ਔਰ 23 ਸਾਨੂੰ ਜਿਹੜੇ ਮਦਰਸ ਤੋਂ ਮਿਲਦੇ ਨੇ। ਟੋਟਲ ਕਿੰਨੇ ਹੋ ਗਏ? 23 + 23 46। ਕਲੀਅਰ? ਸੋ ਯਾਦ ਰੱਖਣਾ। ਸੋ ਜਿਹੜਾ X ਟਾਈਪ 'ਚ ਕ੍ਰੋਮੋਸੋਮ ਬਣਿਆ, ਇੱਕ ਲਾਈਨ ਜਿਹੜੀ ਆ ਉਹ ਸਾਨੂੰ ਫਾਦਰਸ ਤੋਂ ਔਰ ਸੈਕਿੰਡ ਵਾਲੀ ਲਾਈਨ ਮਦਰਸ ਤੋਂ ਅਟੈਚ ਹੋ ਜਾਂਦੀ। ਸੋ ਇਹ ਨੈਕਸਟ ਟੂ ਨੈਕਸਟ ਜਨਰੇਸ਼ਨ ਕੋਡਿੰਗ ਦੀ ਫਾਰਮ 'ਚ, ਜੀਨਸ ਦੀ ਫਾਰਮ 'ਚ ਟ੍ਰਾਂਸਫਰ ਕਰਦੇ ਨੇ। ਸੋ ਇਹ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਸੈਂਟਰ ਦੇ ਵਿੱਚ ਨਿਊਕਲੀਓਲਸ ਹੁੰਦਾ ਆ। ਸੋ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਜਿਹੜੇ ਨਿਊਕਲੀਓਲਸ ਹੁੰਦੇ ਨੇ ਉਹਦੇ ਵੀ ਉਹ ਰਾਈਬੋਸੋਮਸ ਪ੍ਰੋਡਿਊਸ ਕਰਦੇ ਨੇ। ਠੀਕ ਹੈ, ਰਾਈਬੋਸੋਮਸ ਫਰਦਰ ਅੱਗੇ ਕਰਾਂਗੇ ਕਿ ਕੀ ਕਰਦੇ ਨੇ। ਇਹ ਇੱਕ ਜੀ ਨਿਊਕਲੀਓਲਸ ਪ੍ਰੋਡਿਊਸ ਕਰਦੇ ਨੇ, ਪੈਦਾ ਕਰਦੇ ਨੇ RNA ਨੂੰ ਸੈੱਲ ਦੇ ਅੰਦਰ ਹੀ। ਠੀਕ ਹੈ, ਉਹੀ RNA ਜਿਹੜਾ ਮੈਸੇਜਿਸ ਲੈ ਕੇ ਜਾਂਦਾ ਕੋਡਿੰਗ ਸਿਸਟਮ ਦੇ ਵਿੱਚ ਔਰ ਬਾਹਰ ਆ ਕੇ ਨਿਊਕਲੀਅਸ ਤੋਂ ਅੱਗੇ ਰਾਈਬੋਸੋਮ ਨੂੰ ਦਿੰਦਾ। ਠੀਕ ਹੈ, ਸੋ ਦੇਖੋ ਉਸ ਤੋਂ ਬਾਅਦ ਰਾਈਬੋਸੋਮ, ਇੱਥੇ ਤੁਸੀਂ ਯੈਲੋ ਡਾਟਸ ਦੇਖ ਰਹੇ ਹੋ, ਉਹ ਯੈਲੋ ਡਾਟਸ ਕੀ ਨੇ ਜੀ? ਉਹ ਰਾਈਬੋਸੋਮਸ ਨੇ। ਠੀਕ ਹੈ, ਔਰ ਜਿਹੜੀ ਧਾਗੇ ਵਰਗੀ ਸੰਰਚਨਾਵਾਂ ਨੇ ਉਹ ਕੀ ਨੇ? ਕ੍ਰੋਮੈਟਿਨਸ ਨੇ। ਕਲੀਅਰ? ਕ੍ਰੋਮੈਟਿਨਸ ਹੀ ਕ੍ਰੋਮੋਸੋਮਸ ਬਣਦੀਆਂ ਨੇ। ਕਲੀਅਰ? ਸੋ ਨੈਕਸਟ ਆਉਂਦਾ ਹੈ ਜੀ ਰਾਈਬੋਸੋਮ। ਰਾਈਬੋਸੋਮਸ ਉਹ ਵਾਲਾ ਆਰਗੇਨਲੀ ਆ ਜਿਹਦੇ ਜਿਹੜੀ ਪ੍ਰੋਟੀਨਸ ਬਣਾਉਂਦੀ ਆ। ਠੀਕ ਹੈ, ਕੀ ਬਣਾਉਂਦੀ ਹੈ? ਪ੍ਰੋਟੀਨਸ ਬਣਾਉਂਦੀ ਹੈ। ਕਿਹਨੂੰ ਯੂਜ਼ ਕਰਕੇ? ਜਿਹੜੇ ਕ੍ਰੋਮੋਸੋਮਸ ਦੇ ਅੰਦਰ RNA ਹੁੰਦਾ ਉਹਨੂੰ ਯੂਜ਼ ਕਰਕੇ। RNA ਇਨਫੋਰਮੇਸ਼ਨ ਦਿੰਦਾ ਨਾ, ਪ੍ਰੋਵਾਈਡ ਕਰਦਾ ਰਾਈਬੋਸੋਮ ਨੂੰ। ਸੋ ਰਾਈਬੋਸੋਮ ਬਾਹਰ ਨਿਕਲ ਜਾਂਦੇ ਆ। ਫਿਰ ਬਾਹਰ ਨਿਕਲ ਕੇ ਉਹ ਰਾਈਬੋਸੋਮ ਜਿਹੜੇ ਨਿਊਕਲੀਅਸ ਦੇ ਆਲੇ ਦੁਆਲੇ ਇੱਕ ਐਂਡੋਪਲਾਜ਼ਮਿਕ ਜਾਲ ਹੁੰਦਾ, ਐਂਡੋਪਲਾਜ਼ਮੀ ਜਾਲ ਯਾਨੀ ਐਂਡੋਪਲਾਜ਼ਮਿਕ ਰੈਟੀਕੂਲਮ, ਉਹਦੇ ਉੱਪਰ ਜਾ ਕੇ ਐਂਡੋਪਲਾਜ਼ਮਿਕ ਜਾਲ ਇੱਕ ਤਹਿਦਾਰ ਟਿਊਬਸ ਦੀ ਫਾਰਮਸ ਦੇ ਵਿੱਚ ਨਿਊਕਲੀਅਸ ਦੇ ਆਲੇ ਦੁਆਲੇ ਘਿਰੇ ਹੋਏ ਹੁੰਦੇ ਨੇ। ਠੀਕ ਹੈ, ਔਰ ਇਹਨੂੰ ਚਿਪਕ ਜਾਂਦਾ ਆ ਕੌਣ? ਜਾ ਕੇ ਰਾਈਬੋਸੋਮ। ਤੇ ਰਾਈਬੋਸੋਮ ਕੋਲ ਕੌਣ ਆ? ਉਹਦੇ ਅੰਡਰ ਕਾਹਦੀ ਇਨਫੋਰਮੇਸ਼ਨ? ਪ੍ਰੋਟੀਨਸ ਹੁੰਦੇ ਆ। ਠੀਕ ਹੈ, ਸੋ ਇਹ ਤੁਹਾਨੂੰ ਪਿਕਚਰ 'ਚ ਦਿਖਾਈ ਦੇ ਰਿਹਾ ਐਂਡੋਪਲਾਜ਼ਮਿਕ ਜਾਲ। ਸੋ ਐਂਡੋਪਲਾਜ਼ਮਿਕ ਜਾਲ ਫਰਦਰ 2 ਟਾਈਪਸ ਦਾ ਹੁੰਦਾ ਆ। ਠੀਕ ਹੈ, ਸੋ ਪਹਿਲਾ ਹੁੰਦਾ ਆ ਜੀ ਐਂਡੋਪਲਾਜ਼ਮਿਕ ਜਾਲ ਵੀ 2 ਤਰ੍ਹਾਂ ਦਾ ਹੁੰਦਾ ਆ। ਠੀਕ ਹੈ, ਸੋ ਇੱਥੇ ਤੁਸੀਂ ਦੇਖ ਰਹੇ ਹੋ ਬਿਲਕੁਲ ਸੈਂਟਰ ਦੇ ਵਿੱਚ ਇੱਕ ਨਿਊਕਲੀਅਸ ਹੈ ਔਰ ਯੈਲੋ ਡਾਟਸ ਜਿਹੜੇ ਆ ਰਹੇ ਨੇ ਉਹ ਰਾਈਬੋਸੋਮਸ ਨੇ ਜਿਹੜੇ ਕਿ ਐਂਡੋਪਲਾਜ਼ਮਿਕ ਜਾਲ ਦੇ ਉੱਤੇ ਜਾ ਕੇ ਚਿਪਕ ਰਹੇ ਨੇ। ਕਿਉਂ? ਕਿਉਂਕਿ ਹੋ ਸਕਦਾ ਉਹਨੂੰ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੋਵੇ, ਅਸੀਂ ਕਰਦੇ ਹਾਂ ਅੱਗੇ। ਸੋ ਇਹ ਦੇਖੋ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਐਂਡੋਪਲਾਜ਼ਮਿਕ ਜਾਲ ਦੇ ਉੱਤੇ ਰਾਈਬੋਸੋਮ ਜਾ ਕੇ ਚਿਪਕ ਗਏ, ਜੁੜ ਗਏ। ਠੀਕ ਹੈ, ਸੋ ਇਸ ਤਰ੍ਹਾਂ ਦੇ ER ਨੂੰ, ਐਂਡੋਪਲਾਜ਼ਮਿਕ ਰੈਟੀਕੂਲਮ ਨੂੰ ਅਸੀਂ ਬੋਲਦੇ ਹਾਂ ਖੁਰਦਰਾ ਐਂਡੋਪਲਾਜ਼ਮੀ ਜਾਲ ਯਾਨੀ ਰਫ। ਠੀਕ ਹੈ, ਔਰ ਜਿੱਥੇ ਐਂਡੋਪਲਾਜ਼ਮਿਕ ਜਾਲ ਦੇ ਉੱਤੇ ਨਹੀਂ ਚਿਪਕਦੇ ਉੱਥੇ ਉਹਨੂੰ ਕਹਿ ਦਿੰਦੇ ਹਾਂ ਅਸੀਂ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਯਾਨੀ ਪੱਧਰਾ। ਸੋ SCR ਜਿਹੜੇ ਆ ਇਹ ਲਿਪਿਡਸ ਬਣਾਉਂਦੇ ਨੇ, ਚਰਬੀ ਬਣਾਉਂਦੇ ਨੇ ਜਿਹੜੇ ਸਾਡੇ ਸਰੀਰ 'ਚ ਬਹੁਤ ਕਿਰਿਆਵਾਂ
ਕਰ ਹੁਣ ਜਿਹੜਾ ਰਫ ਵਾਲਾ ਸੀਗਾ ਉਹ ਪ੍ਰੋਟੀਨ ਸੰਸਲੇਸ਼ਨ ਕਰਦਾ, ਪ੍ਰੋਟੀਨਸ ਨੂੰ ਪੈਕੇਜਿੰਗ ਕਰਦਾ ਵਾ, ਠੀਕ ਹੈ। ਬਟ ਜਿਹੜਾ ਸਮੂਥ ਵਾਲਾ ਵਾ ਉਹ ਕੀ ਕਰਦਾ, ਲਿਪਿਡਸ ਬਣਾਉਂਦਾ ਹੈ। ਤਾਂ ਪ੍ਰੋਟੀਨਸ ਅਤੇ ਲਿਪਿਡ ਸਾਡੇ ਸਰੀਰ ਦੇ ਬਹੁਤ ਸਾਰੀ ਕਿਰਿਆਵਾਂ ਦੇ ਵਿੱਚ ਕੰਮ ਕਰਦੇ ਨੇ, ਠੀਕ ਹੈ। ਔਰ ਬਹੁਤ ਸਾਰੇ ਸਾਡੇ ਜਿਵੇਂ ਰੀੜ੍ਹਧਾਰੀ ਜਾਨਵਰ ਆ ਜਾਂ ਅਸੀਂ ਮਨੁੱਖ ਹਾਂ, ਅਤੇ ਸਾਡੇ ਵਿੱਚ ਜਿਹੜੇ ਵੀ ਆ SCR ਜਿਗਰ ਦੇ ਵਿੱਚ ਬਹੁਤ ਸਾਰਾ ਕੰਮ ਕਰਦੇ ਨੇ ਟੌਕਸਿਨਸ ਨੂੰ ਬਾਹਰ ਕੱਢਣ ਦੇ ਵਿੱਚ। ਹੁਣ ER ਦੇ ਵਿੱਚ ਕੀ ਹੁੰਦਾ ਆ, ਜਿਹੜਾ ਐਂਡੋਪਲਾਜ਼ਮਿਕ ਰੈਟੀਕੂਲਮ ਆ ਉਹਦੇ ਵਿੱਚ ਜਿਵੇਂ ਸਾਡੇ ਛਾਲੇ ਪੈ ਜਾਂਦੇ ਨੇ ਅਤੇ ਉੱਭਰ ਆਉਂਦੇ ਕੋਈ ਚੀਜ਼, ਪ੍ਰੋਟੀਨਸ ਅਤੇ ਹੋਰ ਬਹੁਤ ਸਾਰੇ ਮਟੀਰੀਅਲ ਉਹਨਾਂ ਛਾਲਿਆਂ ਦੇ ਰੂਪ ਵਿੱਚ ਵੈਸੀਕਲਸ ਬੋਲਦੇ ਹਾਂ ਅਸੀਂ, ਪੈਕੇਜ ਹੋ ਜਾਂਦੀ ਆ, ਠੀਕ ਹੈ। ਮਤਲਬ ਇੱਕ ਫੈਕਟਰੀ ਦਾ ਕੰਮ ਚੱਲ ਰਿਹਾ, ਠੀਕ ਹੈ, ਕਿ ਇੱਥੋਂ ਕਿਹੜਾ ਸਟੈਪ ਜਾ ਰਿਹਾ। ਸੋ ਪੈਕੇਜਿੰਗ ਹੋ ਕੇ ਉਹ ਪੈਕੇਜਿੰਗ ਦੇਖੋ ਸਾਈਟੋਪਲਾਜ਼ਮ ਦੇ ਵਿੱਚ ਮੂਵ ਕਰਦਾ ਹੋਇਆ, ਤੈਰਦਾ ਹੋਇਆ ਕਿਹਦੇ ਕੋਲ ਪਹੁੰਚ ਗਿਆ, ਐਂਡੋਪਲਾਜ਼ਮਿਕ ਜਾਲ ਦੇ ਨਾਲ ਹੀ ਚਿਪਕੀਆਂ ਹੋਈਆਂ ਕੁਝ ਤੈਅਦਾਰ ਲੇਅਰਸ ਹੁੰਦੀਆਂ ਨੇ ਜਿਹਨੂੰ ਅਸੀਂ ਗਾਲਜੀ ਕਾਇਆਵਾਂ ਬੋਲ ਦਿੰਦੇ ਹਾਂ, ਯਾਨੀ ਗੋਲਜੀ ਬੋਡੀਜ਼ ਬੋਲ ਦਿੰਦੇ ਹਾਂ। ਹੁਣ ਗੋਲਜੀ ਬੋਡੀਜ਼ ਇੱਕ ਮੇਨ ਤਰ੍ਹਾਂ ਦਾ ਐਮਾਜ਼ੋਨ ਵਾਂਗ ਕੰਮ ਕਰਦਾ ਹੈ ਕਿ ਜਿਵੇਂ ਉਹਨੇ ਪੈਕੇਜਿੰਗ ਕਰਕੇ ਡਿਲੀਵਰੀ ਕਰਨੀ ਆ ਅੱਗੇ, ਠੀਕ ਹੈ। ਸੋ ਨੈਕਸਟ ਗੋਲਜੀ ਕਾਇਆਵਾਂ ਦੇ ਵਿੱਚ ਉਹੀ ਜਿਹੜੇ ਪ੍ਰੋਟੀਨਸ ਜਿਹੜੇ ਜੁੜ ਕੇ ਪੋਲੀਪੈਪਟਾਈਡ ਚੇਨਸ ਬਣ ਜਾਂਦੀਆਂ ਨੇ, ਅਮੀਨੋ ਐਸਿਡਸ ਦੀਆਂ, ਅਮੀਨੋ ਐਸਿਡਸ ਪ੍ਰੋਟੀਨਸ ਹੁੰਦੇ ਨੇ, ਉਹਨਾਂ ਨੂੰ ਲੰਬੇਦਾਰ ਚੈਨਸ ਦੇ ਵਿੱਚ ਫੋਲਡ ਕਰ ਦਿੰਦਾ, ਠੀਕ ਹੈ। ਫੋਲਡਿੰਗ ਕਰਨ ਦੇ ਬਾਅਦ ਅਗਰ ਸਾਡੇ ਸਰੀਰ ਨੂੰ ਜਿੱਥੇ ਜਿੱਥੇ ਜ਼ਰੂਰਤ ਆ ਉਹਦੇ ਵਾਸਤੇ ਉਹ ਲਿਪਿਡਸ ਯਾਨੀ ਚਰਬੀ ਦੇ ਅਣੂਆਂ ਨੂੰ, ਨੀਲੇ ਰੰਗ ਦੇ ਇੱਥੇ ਪ੍ਰੋਟੀਨਸ ਦਿਖਾਈ ਦਿੱਤੇ ਔਰ ਯੈਲੋ ਕਲਰ ਵਾਲੇ ਲਿਪਿਡਸ ਨੇ, ਉਹਨਾਂ ਨੂੰ ਚਿਪਕਾ ਦਿੰਦਾ। ਸੋ ਲਿਪਿਡਸ ਅਤੇ ਪ੍ਰੋਟੀਨਸ ਜਦੋਂ ਜੁੜ ਕੇ ਨਵਾਂ ਕੰਪਾਊਂਡ ਬਣ ਗਿਆ। ਇਸੇ ਤਰ੍ਹਾਂ ਹੀ ਗੋਲਜੀ ਬੋਡੀਜ਼ ਦੇ ਵਿੱਚ ਕਾਰਬੋਹਾਈਡਰੇਟਸ ਵੀ ਇੱਥੇ ਪਰਪਲ ਕਲਰ ਦੇ ਦਿਖਾਈ ਗਏ, ਕਾਰਬੋਹਾਈਡਰੇਟ ਚੇਨਸ ਜਿਹੜੀਆਂ ਨੇ ਉਹ ਫੋਲਡਿਡ ਪ੍ਰੋਟੀਨਸ ਨਾਲ ਜੋੜ ਦਿੰਦਾ, ਮਤਲਬ ਲਿਪਿਡਸ ਵੀ ਜੋੜ ਦਿੰਦਾ, ਕਾਰਬੋਹਾਈਡਰੇਟਸ ਵੀ ਜੋੜ ਦਿੰਦਾ, ਮਤਲਬ ਕੰਪਲੈਕਸ ਕੰਪਾਊਂਡਸ ਬਣਾ ਕੇ ਪੈਕੇਜਿੰਗ ਕਰ ਰਿਹਾ, ਕਲੀਅਰ ਆ। ਉਹਨੂੰ ਸਿੰਥੇਸਾਈਜ਼ ਕਰ ਰਿਹਾ, ਪੈਕੇਜਿੰਗ ਕਰਕੇ ਬਾਹਰ ਭੇਜ ਦਿੰਦਾ ਤਾਂ ਕਿ ਸੈਲ ਦੇ ਵਿੱਚ ਹੋਰ ਕੰਮ ਲਈ ਇਹਨਾਂ ਨੂੰ ਯੂਜ਼ ਕਰ ਸਕਣ, ਕਲੀਅਰ। ਹੁਣ ਤੁਹਾਨੂੰ ਪਿਕਚਰ ਦੇ ਵਿੱਚ ਦਿਖਾਈ ਦੇ ਰਿਹਾ ਇੱਕ ਬਹੁਤ ਵੱਡਾ ਬੋਰੀ ਵਰਗਾ, ਮਤਲਬ ਬਹੁਤ ਵੱਡਾ ਇੱਕ ਸੈਕ ਲਾਈਕ ਸਟਰਕਚਰ ਆ ਜਿਹਨੂੰ ਅਸੀਂ ਵੈਕਿਊਲ ਬੋਲਦੇ ਨੇ ਜਾਂ ਰਾਜਧਾਨੀ ਬੋਲਦੇ ਨੇ। ਪੌਦੇ ਸੈਲ ਦੇ ਵਿੱਚ ਰਾਜਧਾਨੀ ਇੱਕ ਹੀ ਹੁੰਦੀ ਆਲਮੋਸਟ ਔਰ ਬਹੁਤ ਵੱਡੀ ਹੁੰਦੀ ਆ, ਜ਼ਿਆਦਾਤਰ ਉਹਨੇ 90% ਏਰੀਆ ਕਵਰ ਕੀਤਾ ਹੁੰਦਾ ਆ। ਪਰ ਜਿਹੜੇ ਜੰਤੂ ਸੈੱਲ ਹੁੰਦੇ, ਐਨੀਮਲ ਸੈਲਸ ਹੁੰਦੇ, ਉਹ 'ਚ ਛੋਟੇ ਛੋਟੇ ਵੈਕਿਊਲਸ ਹੁੰਦੇ ਜਿਨ੍ਹਾਂ ਦੇ ਵਿੱਚ ਫੂਡ, ਵਾਟਰ, ਵੇਸਟ ਸਟੋਰ ਹੋ ਜਾਂਦਾ ਆ, ਠੀਕ ਹੈ। ਔਰ ਇਹਦੇ ਵਿੱਚ ਦੇਖੋ ਜਿਵੇਂ ਇਹ ਨਾ ਜ਼ਿਆਦਾ ਪ੍ਰੈਸ਼ਰ, ਜਿਵੇਂ ਜਿਹੜਾ ਪਲਾਂਟ ਸੈੱਲ ਆ ਉਹਨੂੰ ਇੱਕ ਸਖਤ ਰੱਖਣ ਦੇ ਵਿੱਚ ਇਹਦਾ ਬਹੁਤ ਹੀ ਵੱਡਾ ਰੋਲ ਹੁੰਦਾ ਆ, ਠੀਕ ਹੈ। ਸੋ ਇਹਦੇ ਵਿੱਚ ਵਾਟਰ ਸਟੋਰ ਹੁੰਦਾ ਇਨ ਆਲਮੋਸਟ ਪਲਾਂਟ ਸੈੱਲ ਦੇ ਵਿੱਚ, ਔਰ ਪਲਾਂਟ ਸੈੱਲ ਦੇ ਵਿੱਚ ਆਲਮੋਸਟ ਇੱਕ ਹੀ ਹੁੰਦਾ ਜੋ ਬਹੁਤ ਵੱਡਾ ਹੁੰਦਾ, ਟਰਜਿਟ ਉਹਨੂੰ ਸਖਤ ਬਣਾਉਂਦਾ, ਜਦੋਂ ਪ੍ਰੈਸ਼ਰ ਚੱਲ ਲੈਂਦਾ ਉਹਦੀ ਸ਼ੇਪ ਖਰਾਬ ਨਹੀਂ ਹੁੰਦੀ, ਸੈੱਲ ਫਟਦਾ ਨਹੀਂ। ਸੋ ਨੈਕਸਟ ਆਉਂਦੇ ਆ ਜੀ ਲਾਈਜ਼ੋਸੋਮਸ, ਠੀਕ ਹੈ। ਸੋ ਲਾਈਜ਼ੋਸੋਮਸ, ਗੋਲਜੀ ਬੋਡੀਜ਼ ਵੀ ਲਾਈਜ਼ੋਸੋਮਸ ਪੈਦਾ ਕਰਦੀਆਂ ਨੇ, ਪ੍ਰੀਪੇਅਰ ਕਰਦੀਆਂ ਨੇ। ਸੋ ਲਾਈਜ਼ੋਸੋਮ ਇੱਕ ਜਿਵੇਂ ਇੱਕ ਆਪਾਂ ਨੇ ਘਰ ਦਾ ਕੂੜਾਦਾਨ ਆ, ਇਸੇ ਤਰ੍ਹਾਂ ਲਾਈਜ਼ੋਸੋਮ ਜਿਹੜਾ ਕੂੜੇਦਾਨ ਹੁੰਦਾ ਆ ਸੈੱਲ ਦਾ, ਇਹਦੇ ਵਿੱਚ ਬਹੁਤ ਸਾਰੇ ਪਾਚਨਕਾਰੀ ਐਂਜ਼ਾਈਮਸ ਹੁੰਦੇ ਨੇ। ਸੋ ਕੀ ਕਰਦੇ ਨੇ ਉਹ, ਜਿਹੜਾ ਵੀ ਇਹਦੇ ਵਿੱਚ ਗੰਦਗੀ ਸਟੋਰ ਹੋ ਜਾਂਦੀ ਜਿਹੜੀ ਸੈੱਲ ਨੂੰ ਨਹੀਂ ਚਾਹੀਦੀ ਉਹਦੇ ਵਿੱਚ ਆ ਜਾਂਦੀ ਆ। ਔਰ ਕਈ ਵਾਰੀ ਕੀ ਹੁੰਦਾ ਕੁਝ ਕਿਰਿਆਵਾਂ ਦੇ ਰਾਹੀਂ ਸੈੱਲ ਟੁੱਟ ਭੱਜ ਹੋ ਜਾਂਦੀ ਹੈ, ਔਰ ਸੈੱਲ ਦੀ ਟੁੱਟ ਭੱਜ ਦੇ ਵਿੱਚ ਇਹ ਲਾਈਜ਼ੋਸੋਮ ਫਟ ਜਾਂਦੇ ਨੇ ਔਰ ਇਹਦੇ ਐਂਜ਼ਾਈਮਸ ਆਪਣੇ ਹੀ ਸੈੱਲ ਨੂੰ ਖਾ ਕੇ ਹਜ਼ਮ ਕਰ ਲੈਂਦੇ ਨੇ। ਇਸ ਕਰਕੇ ਇਹਨਾਂ ਨੂੰ ਸੁਸਾਈਡਲ ਬੈਗਸ ਯਾਨੀ ਆਤਮਘਾਤੀ ਪੋਤਲੀ ਵੀ ਕਿਹਾ ਜਾਂਦਾ ਹੈ। ਸੋ ਨੈਕਸਟ ਆਉਂਦਾ ਜੀ ਮਾਈਟੋਕੌਂਡਰੀਆ। ਇੱਥੇ ਮੈਂ ਮਾਈਟੋਕੌਂਡਰੀਅਨ ਲਿਖਿਆ, ਮਾਈਟੋਕੌਂਡਰੀਅਨ ਇਸ ਕਰਕੇ ਕਿਉਂਕਿ ਇੱਕ ਮਾਈਟੋਕੌਂਡਰੀਆ ਹੋਏਗਾ ਤੇ ਉਹਨੂੰ ਮਾਈਟੋਕੌਂਡਰੀਅਨ ਬੋਲਣਾ, ਜ਼ਿਆਦਾ ਹੋਣਗੇ ਤੇ ਮਾਈਟੋਕੌਂਡਰੀਆ ਬੋਲਦੇ। ਸੋ ਇਹਨੂੰ ਪਾਵਰ ਹਾਊਸ ਆਫ ਦਾ ਸੈੱਲ ਬੋਲਦੇ। ਪਾਵਰ ਹਾਊਸ ਤੁਹਾਨੂੰ ਪਤਾ ਜਿੱਥੋਂ ਸਾਨੂੰ ਊਰਜਾ ਮਿਲਦੀ ਆ। ਸੋ ਜਿਹੜਾ ਮਾਈਟੋਕੌਂਡਰੀਆ ਹੁੰਦਾ ਆ ਇਹਦੀਆਂ ਦੋ ਤਹਿਆਂ ਹੁੰਦੀਆਂ ਨੇ, ਇੱਕ ਬਾਹਰਲੀ ਤਹਿ ਹੁੰਦੀ ਹੈ ਮੁਸਾਮਦਾਰ, ਠੀਕ ਹੈ, ਪੋਰਸ ਹੁੰਦੀ ਆ, ਔਰ ਜਿਹੜੀ ਅੰਦਰਲੀ ਹੁੰਦੀ ਆ ਉਹ ਵਲੇਵੇਦਾਰ ਹੁੰਦੇ, ਯਾਨੀ ਜਿੱਥੇ ATP ਮੋਲੀਕਿਊਲਸ ਦੇ ਰੂਪ ਵਿੱਚ ਐਨਰਜੀ, ਤੁਸੀਂ ਪਿਕਚਰ 'ਚ ਦੇਖ ਸਕਦੇ ਹੋ ਕਿਵੇਂ ਉਹਦੀ ਸ਼ੇਪ ਆ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦਾ ਹੈ, ਇਹ ਸ਼ੂਗਰ ਲੈਂਦਾ ਯਾਨੀ ਗਲੂਕੋਜ਼ ਲੈਂਦਾ ਅਤੇ ਜਦੋਂ ਇਹਨੂੰ ਆਕਸੀਜਨ ਮਿਲਦੀ ਆ ਉਹਦੇ ਨਾਲ ਰਿਐਕਸ਼ਨ ਕਰਦਾ, ਨਾਲ ਹੀ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਆ, ਨਾਲ ਵਾਟਰ ਪੈਦਾ ਹੁੰਦਾ ਆ ਅਤੇ ਨਾਲ ਹੀ ATP ਦੇ ਰੂਪ ਦੇ ਵਿੱਚ ਐਨਰਜੀ ਪੈਦਾ ਹੁੰਦੀ ਜਿਹਨੂੰ ਅਸੀਂ ਅਡੀਨੋਸਿਨ ਟ੍ਰਾਈਫਾਸਫੇਟ, ਇਹ 'ਚ ਫਾਸਫੇਟ ਦੇ 3 ਮੋਲੀਕਿਊਲਸ ਹੁੰਦੇ ਆ, ਠੀਕ ਹੈ, ਅਣੂ ਹੁੰਦੇ ਆ, ਸੌਰੀ। ਉਸ ਤੋਂ ਬਾਅਦ ਜੀ ਦੇਖੋ ਸੋ ਇਹ ਸੀ ਕੁਝ ਸਾਡੇ ਨਿੱਕੜੇ ਅੰਗ ਜਿਹੜੇ ਸੈੱਲ ਦੇ ਵਿੱਚ ਪਾਏ ਜਾਂਦੇ ਨੇ, ਠੀਕ ਹੈ। ਤੁਸੀਂ ਇੱਥੇ ਦੇਖੋ ਕਿੰਨੇ ਸਾਰੇ ਮਾਈਟੋਕੌਂਡਰੀਆਸ ਨੇ, ਪਾਵਰ ਹਾਊਸ ਆਫ ਦਾ ਸੈੱਲ। ਔਰ ਅਸੀਂ ਹੁਣ ਗੱਲ ਕਰਦੇ ਹਾਂ ਜੀ ਪਲਾਂਟਸ ਦੇ ਬਾਰੇ ਵੀ। ਪਲਾਂਟ 'ਚ ਕੁਝ ਐਕਸਟਰਾ ਹੋਰ ਚੀਜ਼ਾਂ ਵੀ ਹੁੰਦੀਆਂ ਨੇ, ਠੀਕ ਹੈ। ਸੋ ਇਹ ਇੱਥੇ ਤੁਹਾਨੂੰ ਹਰੇ ਪੌਦੇ ਦਿਖਾਈ ਦੇ ਰਹੇ ਨੇ, ਇਹ ਗ੍ਰੀਨ ਹੀ ਕਿਉਂ ਹੁੰਦੇ ਨੇ, ਠੀਕ ਹੈ। ਸੋ ਅਭੀ ਆਪਾਂ ਡਿਸਕਸ ਕਰਾਂਗੇ। ਸੋ ਕਹਿੰਦਾ ਸਭ ਤੋਂ ਪਹਿਲਾਂ ਜਿਹੜੇ ਪਲਾਂਟ ਸੈੱਲਸ ਹੁੰਦਾ, ਆਪਾਂ ਪੜ੍ਹਿਆ ਸੀਗਾ ਕਿ ਸਭ ਤੋਂ ਬਾਹਰਲੀ ਲੇਅਰ ਨੂੰ ਸੈੱਲ ਮੈਂਬਰੇਨ ਕਹਿੰਦੇ ਨੇ, ਪਰ ਉਸ ਸੈੱਲ ਮੈਂਬਰੇਨ ਦੇ ਬਾਹਰ ਵੀ ਇੱਕ ਹੋਰ
ਲੇਅਰ ਹੁੰਦੀ ਆ ਜਿਹਨੂੰ ਸੈੱਲ ਵਾਲ ਕਿਹਾ ਜਾਂਦਾ ਹੈ, ਯਾਨੀ ਕੰਧ ਕਿਹਾ ਜਾਂਦਾ, ਸੈੱਲ ਭਿੱਤੀ ਕਿਹਾ ਜਾਂਦਾ। ਇਹ ਸਿਰਫ ਪੌਦਾ ਸੈੱਲ ਯਾਨੀ ਪਲਾਂਟ ਸੈੱਲ ਦੇ ਵਿੱਚ ਹੀ ਪਾਈ ਜਾਂਦੀ ਆ। ਕਲੀਅਰ ਸਾਰਿਆਂ ਨੂੰ? ਸੈੱਲ ਵਾਲ ਸਿਰਫ ਪਲਾਂਟ ਸੈੱਲ ਦੇ ਵਿੱਚ ਹੁੰਦੀ ਹੈ, ਇਹ ਜੰਤੂ ਸੈੱਲ ਦੇ ਵਿੱਚ ਨਹੀਂ ਹੁੰਦੀ। ਸਭ ਤੋਂ ਬਾਹਰਲੀ ਲੇਅਰ ਵੈਸੇ ਸੈੱਲ ਮੈਂਬਰੇਨ ਬੋਲਦੇ ਆ, ਬਟ ਅਗਰ ਇਨ ਕੇਸ ਆਫ ਆਪਾਂ ਪਲਾਂਟ ਬੋਲੀਏ ਤਾਂ ਫਿਰ ਸੈੱਲ ਵਾਲ ਆਏਗੀ। ਸੈੱਲ ਵਾਲ ਸੈਲੂਲੋਜ਼ ਦੀ ਬਣੀ ਹੁੰਦੀ ਹੈ, ਸੈਲੂਲੋਜ਼ ਦੀ ਬਣੀ ਹੁੰਦੀ ਹੈ, ਜੋ ਬਹੁਤ ਹੀ ਸਖਤ ਪਦਾਰਥ ਆ ਔਰ ਇਹ ਇਸ ਕਰਕੇ ਕੋਈ ਸੈੱਲ ਨੂੰ ਸ਼ੇਪ ਦਿੰਦਾ ਪ੍ਰੋਪਰ। ਠੀਕ ਹੈ। ਔਰ ਉਸ ਤੋਂ ਬਾਅਦ ਆਉਂਦਾ ਜੀ ਤੁਹਾਡਾ ਗ੍ਰੀਨ ਕਲਰ। ਕਿਉਂ ਹੁੰਦਾ ਪਲਾਂਟਸ ਦਾ? ਕਿਉਂਕਿ ਪਲਾਂਟਸ ਦੇ ਵਿੱਚ ਇੱਕ ਕਲੋਰੋਪਲਾਸਟ ਨਾਮ ਦਾ ਇੱਕ ਹੋਰ ਇੱਕ ਹੋਰ ਛੋਟਾ ਅੰਗ ਹੁੰਦਾ ਆ ਜਿਹਨੂੰ ਅਸੀਂ ਕਲੋਰੋਪਲਾਸਟ ਕਹਿੰਦੇ ਆ। ਔਰ ਕਲੋਰੋਪਲਾਸਟ ਹੀ ਹਰੇ ਪੌਦਿਆਂ ਦੇ ਵਿੱਚ ਫੋਟੋਸਿੰਥੇਸਿਸ ਕਰਵਾਉਂਦਾ ਹੈ। ਠੀਕ ਹੈ। ਸੋ ਅਗਲੇ ਜਿਹੜੇ ਪਲਾਸਟਿਡਸ ਆਉਂਦੇ ਆ, ਇਹ ਵੀ ਛੋਟੇ ਨਿੱਕੜੇ ਅੰਗ ਨੇ, ਕਿਹਦੇ ਵਿੱਚ ਮੌਜੂਦ ਹੁੰਦੇ ਨੇ? P for ਪਲਾਂਟਸ। ਯਾਦ ਰੱਖਣਾ ਹੈ, ਇਹ ਸਿਰਫ ਪਲਾਂਟਸ ਦੇ ਵਿੱਚ ਹੀ ਮੌਜੂਦ ਹੁੰਦੇ ਨੇ, ਜੰਤੂ ਸੈੱਲ ਦੇ ਵਿੱਚ ਪਲਾਸਟਿਡ ਨਹੀਂ ਹੁੰਦੇ। ਸੋ ਪਲਾਸਟਿਡ ਅੱਗੋਂ 3 ਤਰ੍ਹਾਂ ਦੇ ਹੁੰਦੇ ਨੇ, ਕਲੋਰੋਪਲਾਸਟ, ਕ੍ਰੋਮੋਪਲਾਸਟ ਅਤੇ ਲਿਊਕੋਪਲਾਸਟ। ਕਲੋਰੋਪਲਾਸਟ ਮਤਲਬ ਗ੍ਰੀਨ ਕਲਰ ਵਾਲੇ ਪਲਾਂਟਸ ਦੇ ਵਿੱਚ, ਠੀਕ ਹੈ, ਕਿਉਂਕਿ ਉਹਦੇ ਵਿੱਚ ਹਰਾ ਵਰਨਕ ਹੁੰਦਾ ਹੈ, ਕਲੋਰੋਫਿਲ, ਠੀਕ ਹੈ, ਜਿਹੜਾ ਫੋਟੋਸਿੰਥੇਸਿਸ ਕਰਵਾਉਂਦਾ ਹੈ। ਔਰ ਉਸ ਤੋਂ ਬਾਅਦ ਕ੍ਰੋਮੋਪਲਾਸਟ ਜਿਵੇਂ ਕੋਈ ਵੀ ਟਮਾਟਰ, ਔਰੇਂਜ ਵਗੈਰਾ ਕਲਰ। ਔਰ ਲਿਊਕੋਪਲਾਸਟ ਜਿਹੜਾ ਲਿਪਿਡਸ, ਚਰਬੀ, ਤੇਲ, ਇਹਨਾਂ ਦਾ ਜਿਹੜਾ ਕਲਰ ਹੁੰਦਾ ਆ, ਇਹਨਾਂ ਵਾਸਤੇ ਲਿਊਕੋਪਲਾਸਟ ਕੰਮ ਕਰਦਾ। ਸੋ ਜ਼ਿਆਦਾਤਰ ਇਹਨਾਂ ਦੇ ਕੰਮ ਕੀ ਹੈ? ਸਟਾਰਚ, ਯਾਨੀ ਤੁਹਾਨੂੰ ਮੈਂ ਦੱਸਿਆ ਸੀਗਾ ਲਿਊਕੋਪਲਾਸਟ ਦਾ ਕੰਮ ਆ ਪਿਗਮੈਂਟਸ, ਵਰਨਕ ਜਿਹੜੇ ਹੋ ਗਏ ਉਹਨਾਂ ਨੂੰ ਰੱਖਣਾ, ਜਿਵੇਂ ਕੈਰਟ ਦਾ ਵਾ ਕਲਰ ਰੈੱਡ ਆ, ਠੀਕ ਹੈ, ਕ੍ਰੋਮੋਪਲਾਸਟ ਦੇ ਅੰਡਰ ਆ ਜਾਏਗਾ। ਸੋ ਨੈਕਸਟ ਆਉਂਦਾ ਤੁਹਾਡਾ ਕਲੋਰੋਪਲਾਸਟ। ਕਲੋਰੋਪਲਾਸਟ ਪਲਾਂਟ ਸੈੱਲ ਆ। ਨੈਕਸਟ ਕੌਣ ਆ ਉਹਦੇ ਅੰਡਰ? ਕਲੋਰੋਪਲਾਸਟ ਆ। ਕਲੋਰੋਪਲਾਸਟ ਕਿੰਨਾ ਤਹਿਆਂ ਦੇ ਵਿੱਚ ਆ? ਜਿਵੇਂ ਆਪਾਂ ਰੋਟੀਆਂ ਰੱਖੀਆਂ ਹੋਈਆਂ ਨਾ, ਛੋਟੀ ਛੋਟੀ ਥੈਲੀਆਂ ਰੱਖੀਆਂ ਗੋਲ ਗੋਲ, ਗ੍ਰਾਨਮ ਬੋਲਦੇ ਆ ਉਹਨੂੰ। ਸੋ ਇਹਦੇ ਵਿੱਚ ਥਾਈਲਾਕੋਇਡਸ ਹੁੰਦੇ ਆ। ਸੋ ਉਹਨਾਂ ਦੇ ਵਿੱਚ ਕਲੋਰੋਫਿਲ ਮੌਜੂਦ ਹੁੰਦਾ ਆ। ਠੀਕ ਹੈ। ਸੋ ਕਲੋਰੋਫਿਲ ਦੇ ਜਦੋਂ ਉੱਤੇ ਲਾਈਟ ਪੈਂਦੀ ਆ, ਦੇਖੋ ਸੈੱਲ ਆ ਉਹਨੇ ਦਿਖਾਇਆ ਪੂਰਾ, ਜਦੋਂ ਉੱਪਰ ਲਾਈਟ ਪੈਂਦੀ ਆ, ਠੀਕ ਹੈ, ਸੋ ਵਾਟਰ ਕੰਜ਼ਿਊਮ ਕਰ ਰਿਹਾ ਉਹ, ਠੀਕ ਹੈ, ਨਾਲ ਹੀ ਆਕਸੀਜਨ ਨਿਕਾਲ ਰਿਹਾ ਉਹ, ਠੀਕ ਹੈ, ਸ਼ੂਗਰ ਕੰਜ਼ਿਊਮ ਕਰ ਰਿਹਾ, ਸ਼ੂਗਰ ਨਿਕਾਲ ਰਿਹਾ, ਕਾਰਬਨ ਡਾਈਆਕਸਾਈਡ ਕੰਜ਼ਿਊਮ ਕਰ ਰਿਹਾ ਸੀਗਾ। ਠੀਕ ਹੈ। ਸੋ ਇਸ ਤਰ੍ਹਾਂ ਇੱਕ ਪੌਦਾ ਆਪਣਾ ਭੋਜਨ ਬਣਾਉਂਦਾ ਵਿਦ ਦਾ ਹੈਲਪ ਆਫ ਕਲੋਰੋਫਿਲ, ਜੋ ਕਲੋਰੋਪਲਾਸਟ ਦੇ ਵਿੱਚ ਹੁੰਦਾ ਆ। ਸੋ ਇਹ ਵੀ ਪੌਦੇ ਸੈੱਲ ਦੇ ਵਿੱਚ ਹੀ ਹੁੰਦਾ ਆ। ਸੋ ਹੋਪ ਤੁਹਾਨੂੰ ਲੈਕਚਰ ਸਮਝ ਆ ਗਿਆ ਹੋਏਗਾ। Thank you.